विच छट दे वेख के माल गंगू, तीर पुत सी भावें ब्राह्मणां दा, ऐ पर निकलिया बड़ा चंडाल गंगू, भावें कुल बहुत उची सी। क्योंकि कुल नहीं मैना रखदी भी कुल बहुत उची है जां नाम बहुत उच्चा है, इहदे कोले धन बहुत है। परख दी जिहड़ी घड़ी है कसवट्टी तां लगनी है, इहदा मन किदां दा है, इहदी सोच किदां दी है। कुल उची सी पर कहंदे आखिर चित्त नूं सी हार बैठा, पर कहंदे अपने मनो चित्त नूं हार गया। किवें? कहंदे विच छट दे वेख के माल गंगू, कहंदे जदों वेख्या कुछ माल धन दौलत पदार्थ ने तां उहदा मन लोभी हो गया। लोभी का विसाह ना कीजै, जे का पार वसाए, ਉਹ बचन इत्थे लागू हो रहे ने। कहंदे ਇਹ ਆਪਣੇ ਪਿੰਡ ਖੇੜੀ ਜਿਹਨੂੰ ਸਹੇੜੀ ਵੀ ਕਹਿੰਦੇ ਆ ਉਸ ਬੰਨੇ ਲੈ ਗਿਆ। ਇਹ ਪ੍ਰਸੰਗ ਆਪਾਂ ਅਗਲੇ ਵੀਕੇ ਇਥੋਂ ਸ਼ੁਰੂ ਕਰਾਂਗੇ। ਪਰ ਇੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਰਸਾ ਦੇ ਕਿਨਾਰੇ ਵੇਖੋ 19 ਦਸੰਬਰ ਸ਼ਾਮ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ। ਪਹਿਲੀ ਰਾਤ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ 20 ਦਸੰਬਰ ਲਗਭਗ ਸਰਸਾ ਪਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੋਪੜ ਪਹੁੰਚ ਜਾਂਦੇ ਨੇ। 20 ਦਸੰਬਰ ਸਾਰਾ ਦਿਨ ਸਤਿਗੁਰੂ ਜੀ ਇੱਥੇ ਰਹੇ ਤੇ 21 ਦਸੰਬਰ ਸ਼ਾਮਾਂ ਪੈਂਦੀਆਂ ਨੇ। ਕੋਟਲਾ ਨਿਹੰਗ ਖਾਂ ਜਿਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਜਾਨ ਮਾਲ ਦੀ ਸਾਰਿਆਂ ਸਿੰਘਾਂ ਦੀ ਰਾਖੀ ਕਰਨ ਵਾਸਤੇ ਉਹਨੇ ਆਪਣੇ ਸਿਰ ਧੜ ਦੀ ਬਾਜੀ ਤੱਕ ਲਾ ਦਿੱਤੀ ਗਈ। ਇਤਿਹਾਸ ਕਹਿੰਦਾ ਕਿ ਇਸ ਜੰਗ ਵਿੱਚ ਉਹ ਭਾਈ ਬਚਿੱਤਰ ਸਿੰਘ ਸੂਰਬੀਰ ਯੋਧਾ ਸਰਸਾ ਦੇ ਕਿਨਾਰੇ ਜੰਗ ਕਰਦਿਆਂ ਕਰਦਿਆਂ ਉਹ ਜ਼ਖਮੀ ਹੋ ਗਿਆ ਸੀ। ਅਖੀਰ ਉਹਨੂੰ ਜ਼ਖਮੀ ਨੂੰ ਚੁੱਕ ਕੇ ਕਲਗੀਧਰ ਦਸ਼ਮੇਸ਼ ਪਿਤਾ ਜੀ ਇੱਥੇ ਕੋਟਲਾ ਨਿਹੰਗ ਖਾਂ, ਅੱਜ ਵੀ ਤੁਸੀਂ ਜਾਓ ਉੱਥੇ ਗੁਰਦੁਆਰਾ ਭੱਠਾ ਸਾਹਿਬ ਬਣਿਆ ਹੈ ਤੇ ਅੱਜ ਉਹ ਘੋੜਿਆਂ ਦੇ ਨਿਸ਼ਾਨ ਜਿਹੜੇ ਟਾਪਾਂ ਦੀਆਂ ਜਿਹੜੇ ਨਿਸ਼ਾਨ ਨੇ ਨਾ ਘੋੜਿਆਂ ਦੇ ਪੈਰਾਂ ਦੇ ਅੱਜ ਵੀ ਉਸੇ ਤਰ੍ਹਾਂ ਸ਼ਸ਼ੋਭਤ ਨੇ। ਖੈਰ ਬੇਨਤੀ ਕਰਾਂ ਜਦੋਂ ਸਤਿਗੁਰੂ ਇੱਥੇ ਆਏ ਤੇ ਇਧਰੋਂ ਫਿਰ ਜਿਹੜੀਆਂ ਮੁਗਲ ਫੌਜਾਂ ਸਨ ਉਹ ਵੀ ਸਤਿਗੁਰਾਂ ਦੇ ਪਿੱਛੇ ਵਾਹੋ ਦਾਹੀਆਂ ਭੱਜੀਆਂ ਆ ਰਹੀਆਂ ਨੇ ਤੇ ਉਹਨਾਂ ਨੇ ਆ ਕੇ ਕੋਟਲਾ ਨਿਹੰਗ ਖਾਂ ਉਹਦੇ ਘਰ ਦਾ ਬੂਹਾ ਖੜਕਾਇਆ। ਕਹਿਣ ਲੱਗੇ ਇੱਥੇ ਗੁਰੂ ਤੇ ਗੁਰੂ ਦੇ ਸਿੰਘ ਆਏ ਨੇ। ਉਹ ਕਹਿੰਦਾ ਨਹੀਂ ਇੱਥੇ ਕੋਈ ਨਹੀਂ ਆਇਆ। ਵੇਖੋ ਝੂਠ ਤੇ ਸੱਚ ਦੋ ਤਰ੍ਹਾਂ ਦਾ ਹੁੰਦਾ ਹੈ। ਜੇ ਤਾਂ ਤੁਹਾਡੇ ਸੱਚ ਬੋਲਣ ਦੇ ਨਾਲ ਕਿਸੇ ਦਾ ਨੁਕਸਾਨ ਹੁੰਦਾ ਹੈ ਉਹ ਸੱਚ ਨਹੀਂ, ਉਹ ਸੱਚ ਵੀ ਤੁਹਾਡਾ ਝੂਠ ਹੈ। ਪਰ ਜੇ ਤੁਹਾਡੇ ਝੂਠ ਬੋਲਣ ਦੇ ਨਾਲ ਕਿਸੇ ਦਾ ਫਾਇਦਾ ਹੁੰਦਾ ਹੈ, ਕਿਸੇ ਦੀ ਇੱਜ਼ਤ ਬਚ ਜਾਂਦੀ ਹੈ, ਉਹ ਝੂਠ ਝੂਠ ਨਹੀਂ ਹੁੰਦਾ, ਝੂਠ ਵੀ ਸੱਚ ਹੀ ਹੁੰਦਾ ਹੈ। ਉਦਾਹਰਨ ਵਜੋਂ ਕੋਈ ਇੰਜ ਕਹਿ ਲੋ ਬੱਚੀ ਦੌੜੀ ਜਾ ਰਹੀ ਹੈ, ਉਹਦੇ ਪਿੱਛੇ ਕਈ ਲੋਕ ਉਹਨੂੰ ਮਾਰਨ ਪਕੜਨ ਵਾਸਤੇ ਉਹਦੇ ਪਿੱਛੇ ਪੈ ਗਏ। ਉਹ ਭੱਜ ਕੇ ਤੁਹਾਡੇ ਘਰ ਦੇ ਵਿੱਚ ਉਹਨੇ ਆੜ ਲੈ ਲਈ, ਤੁਹਾਡੇ ਘਰ ਵਿੱਚ ਵੜ ਗਈ। ਪਰ ਜੇ ਹੁਣ ਅੱਗੋਂ ਉਹ ਆ ਕੇ ਗੁੰਡੇ ਤੁਹਾਨੂੰ ਇਹ ਪੁੱਛਣ ਕਿ ਬੱਚੀ ਇੱਧਰ ਆਈ ਹੈ ਤੁਹਾਡੇ ਘਰੇ ਵੜੀ ਹੈ, ਤੁਸੀਂ ਕਹੋ ਅਸੀਂ ਤਾਂ ਸੱਚ ਬੋਲਦੇ ਹਾਂ, ਆਪਾਂ ਕਹੀਏ ਸਾਡੇ ਘਰ ਹੀ ਹੈ ਲੈ ਜਾਓ ਫੜ ਕੇ, ਉਹ ਤੁਹਾਡਾ ਸੱਚ ਵੀ ਝੂਠ ਹੀ ਹੈ। ਪਰ ਜੇ ਤੁਸੀਂ ਇਹ ਕਹਿ ਦੋ ਨਹੀਂ ਸਾਡੇ ਘਰ ਕੋਈ ਨਹੀਂ ਆਇਆ, ਤੁਹਾਡੇ ਇਸ ਝੂਠ ਬੋਲਣ ਦੇ ਨਾਲ ਜੇ ਉਹ ਬੱਚੀ ਦੀ ਇੱਜ਼ਤ ਆਬਰੂ ਜਾਨ ਬਚ ਜਾਂਦੀ ਹੈ ਤਾਂ ਉਹ ਝੂਠ ਤੁਹਾਡਾ ਝੂਠ ਨਹੀਂ, ਝੂਠ ਵੀ ਤੁਹਾਡਾ ਸੱਚ ਹੀ ਹੁੰਦਾ ਹੈ। ਗੱਲ ਇਹ ਨਹੀਂ ਮੈਂ ਸੱਚ ਬੋਲਿਆ ਜਾਂ ਝੂਠ ਬੋਲਿਆ, ਗੱਲ ਇਹ ਹੈ ਕਿ ਸੱਚ ਦੇ ਝੂਠ ਦੇ ਪਿੱਛੇ ਤੁਹਾਡੀ ਭਾਵਨਾ ਕੀ ਹੈ, ਤੁਹਾਡੀ ਬਿਰਤੀ ਕੀ ਹੈ। ਕਹਿੰਦੇ ਜਦੋਂ ਭਾਈ ਬਚਿੱਤਰ ਸਿੰਘ ਕਹਿੰਦੇ ਉਹਨੂੰ ਕੋਟਲਾ ਨਿਹੰਗ ਖਾਂ ਜਿਹੜਾ ਉਹਨੇ ਇੱਕ ਆਪਣੇ ਕਮਰੇ ਵਿੱਚ ਸੁਲਾ ਦਿੱਤਾ। ਕਮਰਾ ਕਿਹੜਾ? ਜਿੱਥੇ ਕਹਿੰਦੇ ਉਹਦੀ ਬੇਟੀ ਸੀ ਮੁਮਤਾਜ, ਕਹਿੰਦੇ ਉਸ ਮੁਮਤਾਜ ਦੀ ਮੰਗਣੀ ਹੋ ਚੁੱਕੀ ਸੀ ਪਹਿਲੋਂ, ਕਹਿੰਦੇ ਉਹਦੇ ਵਿੱਚ ਉਹਨੂੰ ਪਾ ਦਿੱਤਾ ਗਿਆ। ਅੱਤ ਦਾ ਜ਼ਖਮੀ ਹੈ ਤੇ ਜਦੋਂ ਮੁਗਲ ਪਠਾਨ ਆ ਕੇ ਦਰਵਾਜ਼ਾ ਖੜਕਾਉਂਦੇ ਨੇ ਉਹ ਕਹਿੰਦੇ ਆਹ ਦਰਵਾਜ਼ਾ ਚੈੱਕ ਕਰਾਓ ਇਹਦੇ ਵਿੱਚ ਕੌਣ ਹੈ। ਤੇ ਅੱਗੋਂ ਕਹਿੰਦੇ ਕੋਟਲਾ ਨਿਹੰਗ ਖਾਂ ਕਹਿਣ ਲੱਗਾ ਇਸ ਕਮਰੇ ਦੇ ਵਿੱਚ ਮੇਰੀ ਧੀ ਤੇ ਮੇਰੇ ਜਵਾਈ ਸੁੱਤੇ ਪਏ ਨੇ। ਤੱਕੋ ਕਦੀ ਉਸ ਸਮੇਂ ਦੇ ਉਹਨਾਂ ਮੁਸਲਮਾਨਾਂ ਦੀ ਤੇ ਸਿੱਖਾਂ ਦੀ ਸੇਵਾ ਇੰਨੀ ਵੱਡੀ ਗੱਲ ਕੋਈ ਬੰਦਾ ਕਹਿ ਸਕਦਾ ਕਿ ਜਦੋਂ ਰਿਸ਼ਤਾ ਵੀ ਕੋਈ ਨਹੀਂ ਤੇ ਇਹ ਕਹਿ ਦੇਣਾ ਕਿ ਇਸ ਕਮਰੇ ਵਿੱਚ ਮੇਰੀ ਧੀ ਤੇ ਜਵਾਈ ਸੁੱਤੇ ਨੇ ਤੇ ਉਹਦੇ ਅੰਦਰ ਕਿੰਨੀ ਭਾਵਨਾ ਹੋਵੇਗੀ। ਪਰ ਕਹਿੰਦੇ ਉਹਨੇ ਮੁਸਲਮਾਨ ਨੇ ਦਰਵਾਜ਼ਾ ਨਹੀਂ ਖੋਲਿਆ, ਭਾਵ ਉਸ ਮੁਗਲ ਪਠਾਨ ਨੇ ਉਹ ਚੁੱਪਚਾਪ ਉਥੋਂ ਚੱਲਦੇ ਬਣੇ। ਸਵੇਰ ਹੁੰਦੀ ਹੈ ਤਾਂ ਉਸ ਸਮੇਂ ਕਹਿੰਦੇ ਜਿਹੜੀ ਬੱਚੀ ਹੈ ਨਾ ਮੁਮਤਾਜ, ਕਹਿੰਦੇ ਜਿਉਂ ਹੀ ਸਵੇਰ ਹੁੰਦੀ ਹੈ ਭਾਈ ਬਚਿੱਤਰ ਸਿੰਘ ਉੱਥੇ ਸ਼ਹੀਦੀ ਪਾ ਜਾਂਦੇ ਨੇ, ਕਿਉਂਕਿ ਬਹੁਤ ਜ਼ਿਆਦਾ ਤਨ ਦੇ ਉੱਪਰ ਜ਼ਖਮ ਤੇ ਬਹੁਤ ਜ਼ਿਆਦਾ ਨਿਸ਼ਾਨ ਲੱਗੇ ਹੋਏ ਸਨ। ਕਿਉਂਕਿ ਦੁਸ਼ਮਣ ਦੇ ਨਾਲ ਜੂਝਦਿਆਂ ਅਖੀਰ ਕਹਿੰਦੇ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੈ ਖੇਤ। ਖੇਤ ਦੇ ਅਰਥ ਨੇ ਰਣ ਭੂਮੀ,
ਭਾਵ ਧਰਮ ਦੇ ਵਾਸਤੇ, ਦੂਜਿਆਂ ਨੂੰ ਬਚਾਉਣ ਦੇ ਵਾਸਤੇ ਆਪਣਾ ਆਪ ਨਿਸ਼ਾਵਰ ਕਰ ਜਾਣਾ ਤੇ ਰਣ ਤੱਤੇ ਵਿੱਚੋਂ ਭੱਜ ਕੇ ਨਾ ਜਾਣਾ, ਉਹਨੂੰ ਸੂਰਮਾ ਕਹਿੰਦੇ ਨੇ। ਅਖੀਰ ਕਹਿੰਦੇ ਜਦੋਂ ਸਵੇਰ ਹੋਈ ਨਾ ਤਾਂ ਉਸ ਸਮੇਂ ਮੁਮਤਾਜ਼ ਕਹਿਣ ਲੱਗੇ, ਕਹਿੰਦੇ ਪਿਤਾ ਜੀ ਤੁਸੀਂ ਜਿਹੜੀ ਗੱਲ ਰਾਤ ਕਹੀ ਹੈ ਨਾ, ਮੈਂ ਉਸੇ ਗੱਲ ਦੇ ਉੱਪਰ ਪਹਿਰਾ ਦੇਣਾ ਹੈ। ਪਿਤਾ ਕਹਿਣ ਲੱਗਿਆ ਮੈਂ ਸਮਝਿਆ ਨਹੀਂ। ਤੇ ਅੱਗੋਂ ਧੀ ਕਹਿੰਦੀ ਪਿਤਾ ਜੀ ਗੱਲ ਐਵੇਂ, ਰਾਤ ਤੁਸੀਂ ਆਖਿਆ ਕਿ ਇਸ ਕਮਰੇ ਵਿੱਚ ਮੇਰੀ ਧੀ ਤੇ ਜਵਾਈ ਸੁੱਤੇ ਨੇ ਤੇ ਬਸ ਤੁਹਾਡੇ ਬੋਲਾਂ ਤੇ ਮੈਂ ਪਹਿਰਾ ਦਿੰਨੀ ਆ, ਮੈਂ ਸ਼ਾਦੀ ਨਹੀਂ ਕਰਾਉਣੀ ਭਾਵੇਂ ਉਹ ਸ਼ਹੀਦੀ ਪਾ ਗਿਆ। ਪਰ ਤੁਸੀਂ ਮੁਖ ਤੋਂ ਜਿਹੜਾ ਬਚਨ ਆਖਿਆ, ਇਤਿਹਾਸ ਇਹ ਕਹਿੰਦਾ ਕਿ ਬੀਬੀ ਮੁਮਤਾਜ਼ ਨੇ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕਰਾਈ ਤੇ ਅੱਜ ਉਹਦੀ ਯਾਦ ਵਿੱਚ ਉੱਥੇ ਅਸਥਾਨ ਵੀ ਬਣਿਆ ਹੈ ਰੋਪੜ ਜ਼ਿਲ੍ਹੇ ਵਿੱਚ। ਤੇ ਵਿਦਵਾਨ ਕਹਿੰਦੇ ਨੇ, ਕਹਿੰਦੇ ਉਸ ਬੀਬੀ ਨੂੰ ਅੱਜ ਵੀ ਭਾਵ ਭੂਆ ਮੁਮਤਾਜ਼ ਕਰਕੇ ਕੌਮ ਯਾਦ ਕਰਦੀ ਹੈ, ਭਾਵ ਭੈਣ ਦੇ ਰੂਪ ਦੇ ਵਿੱਚ। ਮੈਂ ਇਹ ਤਾਂ ਅਰਜ਼ ਕੀਤੀ ਹੈ ਵੀ ਜਿਹਨੇ ਸੇਵਾ ਕਰਨੀ ਹੈ ਤਾਂ ਉਹ ਆਪਣਾ ਆਪ ਵਾਰ ਕੇ ਵੀ ਉਹਨਾਂ ਨੇ ਸੇਵਾ ਕੀਤੀ। ਜਿਵੇਂ ਜਿਵੇਂ ਕਿਸੇ ਦੇ ਹਿੱਸੇ ਸੇਵਾ ਆਉਂਦੀ ਹੈ ਤੇ ਇੱਥੇ ਕੋਟਲਾ ਨਿਹੰਗ ਖਾਂ ਦੇ ਕੋਲ ਕਲਗੀਧਰ ਦਸ਼ਮੇਸ਼ ਪਿਤਾ ਜੀ ਭਾਵ 21 ਦਸੰਬਰ ਸ਼ਾਮ ਹੁੰਦੀ ਹੈ ਤੇ ਸਤਿਗੁਰੂ ਜੀ ਇੱਥੋਂ ਫਿਰ ਚਾਲੇ ਪਾ ਦਿੰਦੇ ਨੇ। ਕਲਗੀਧਰ ਦਸ਼ਮੇਸ਼ ਪਿਤਾ ਜੀ ਅੱਗੇ ਗਏ ਤੇ ਉਹ ਜਗ੍ਹਾ ਆ ਗਈ ਇੱਕ ਕੱਚੀ ਗੜੀ ਹੈ। ਦੋ ਭਰਾਵਾਂ ਦਾ ਜ਼ਿਕਰ ਵਿਦਵਾਨਾਂ ਨੇ ਕੀਤਾ, ਇੱਕ ਦਾ